ਪੱਕਿਆਂ ਹੋਣ ਦੀ ਗੁੰਜਾਇਸ਼ ਬਹੁਤ ਸਾਰੇ ਲੋਕਾਂ ਦੀ ਹੈ ਤੇ ਆਸ ਵੱਜੀ ਪਈ ਆ ਕਿ ਇਹਨਾਂ ਦਾ ਜਿਹੜਾ ਕਮਿਟਮੈਂਟ ਹੈ 4 ਲੱਖ ਐਪਲੀਕੇਸ਼ਨ ਨੂੰ ਪੂਰਾ ਕਰਨਾ ਉਹਨੂੰ ਪੂਰਾ ਕਰ ਰਹੀ ਹੈ ਗਵਰਨਮੈਂਟ ਤੇਜ਼ੀ ਦੇ ਨਾਲ। ਮੈਨੂੰ ਇਹ ਲੱਗਦਾ ਹੈ ਕਿ ਸੀਸੀ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਇੱਕ ਕੋਈ ਵੱਡਾ ਡਰਾਅ ਸਾਲ ਖਤਮ ਹੋਣ ਤੋਂ ਪਹਿਲਾਂ ਇੱਕ ਆ ਸਕਦਾ ਹੈਗਾ ਨਵੰਬਰ ਦੇ ਮਹੀਨੇ ਦੇ ਵਿੱਚ। ਪਰ ਆਈ ਥਿੰਕ ਵੀ ਜਿਹੜੇ ਵਿਜ਼ਟਰਸ ਨੇ ਉਹਨਾਂ ਨੂੰ ਕੰਮ ਕਰਨ ਦੀਆਂ ਅਪਰਚੁਨਿਟੀਜ਼ ਇੱਥੇ ਜਿਹੜੀਆਂ ਹੈਗੀਆਂ ਆ ਕੇ ਇੱਥੇ ਮਿਲ ਸਕਦੀਆਂ। ਕਾਰਨ ਉਹਨਾਂ ਦਾ ਇਹ ਨਹੀਂ ਹੋਣਾ ਚਾਹੀਦਾ, ਦੇ ਹੈਵ ਟੂ ਬੀ ਟਰੂਥਫੁਲ। ਐਲੀਜੀਬਿਲਟੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਬਣਦੀ ਹੈ, ਉਹ ਆਪਣੇ ਆਇਲਸ ਨੂੰ ਆਪਣੇ ਕੋਲ ਤਿਆਰ ਰੱਖਣ। ਗਵਰਨਮੈਂਟ ਨੇ ਕਿਹਾ ਵੀ ਅਸੀਂ ਇੰਨੇ ਲੱਖ ਬੰਦਾ 4 ਲੱਖ ਪੱਕਿਆਂ ਕਰਨਾ, ਨੰਬਰਸ ਦੇ ਮੁਤਾਬਿਕ ਉਹਨੇ ਬੰਦੇ ਪੱਕੇ ਨਹੀਂ ਹੋਏ, ਉਹਦੇ ਅੱਧ ਤੱਕ ਹੀ ਮਸਾ ਪਹੁੰਚੇ। ਉਹ ਟੀਆਰ ਟੂ ਪੀਆਰ ਇੱਕਦਮ ਇਹਨਾਂ ਨੇ ਪਾਇਲਟ ਪ੍ਰੋਗਰਾਮ ਕੱਢਿਆ ਸੀ ਲੋੜ ਪੈਣ ਨੂੰ, ਉਸ ਤਰ੍ਹਾਂ ਦੀ ਵੀ ਸੰਭਾਵਨਾ ਜਿਹੜੀ ਹੈਗੀ ਹੈ ਬਣ ਸਕਦੀ ਹੈ। ਇਸੇ ਕਰਕੇ ਆਪਣੀ ਜਿਹੜੀ ਆਇਲਸ ਤੇ ਬਾਕੀ ਡਾਕੂਮੈਂਟੇਸ਼ਨ ਨੂੰ ਇੱਕ ਵਾਰੀ ਆਪਣੇ ਕੋਲ ਤਿਆਰ ਰੱਖਣਾ ਚਾਹੀਦਾ ਹੈਗਾ। ਹੋ ਸਕਦਾ ਕਿ ਆਪਣਾ ਦਾਲਾ ਜੋਬ ਵੈਕੈਂਸੀ ਜਿਹੜਾ ਰੇਟ ਹੈ ਉਹ ਬਹੁਤ ਜ਼ਿਆਦਾ ਹਾਈ ਹੈ, ਇੱਥੇ ਬੰਦੇ ਕੰਮ ਕਰਨ ਲਈ ਲੱਭ ਨਹੀਂ ਰਹੇ ਹੈਗੇ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਨਿੱਘਾ ਸਵਾਗਤ ਤੁਹਾਡੇ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ। ਮੈਂ ਜੋਗਰਾਜ ਸਿੰਘ ਕਾਲੋਂ। ਇਮੀਗ੍ਰੇਸ਼ਨ ਬਾਬਤ ਅੱਜ ਤੁਹਾਡੇ ਲਈ ਬਹੁਤ ਵਿਸ਼ੇਸ਼, ਅਹਿਮ ਤੇ ਜ਼ਰੂਰੀ ਜਾਣਕਾਰੀਆਂ ਨੇ ਜਿਹੜੀਆਂ ਸਾਰਿਆਂ ਵਾਸਤੇ ਜਾਣਨੀਆਂ ਜ਼ਰੂਰੀ ਨੇ। ਕੈਨੇਡਾ ਦਾ ਜਿਵੇਂ ਜਿਵੇਂ ਸਾਲ ਬੀਤਦਾ ਜਾ ਰਿਹਾ, ਇਸ ਸਾਲ ਦੇ ਵਿੱਚ ਚੰਦ ਮਹੀਨੇ ਰਹਿ ਗਏ ਨੇ। ਕੈਨੇਡਾ ਸਰਕਾਰ ਦੇ ਜੋ ਪਿਛਲੀਆਂ ਪਾਲਿਸੀਆਂ ਦੇ ਮੁਤਾਬਿਕ ਕੁਝ ਅੰਕੜੇ ਨੇ ਉਹਨਾਂ ਦੇ ਕੈਨੇਡੀਅਨਸ ਨੂੰ ਜਾਂ ਬਾਹਰਲੇ ਲੋਕਾਂ ਨੂੰ ਪੱਕਿਆਂ ਕਰਨ ਵਾਸਤੇ, ਉਹ ਪੱਕਿਆਂ ਕਰਨ ਦੇ ਵਿੱਚ ਨੰਬਰ ਅਜੇ ਬਹੁਤ ਵੱਡੇ ਪਏ ਨੇ। ਮਤਲਬ ਵੀ ਅਜੇ ਪੱਕਿਆਂ ਹੋਣ ਦੀ ਗੁੰਜਾਇਸ਼ ਬਹੁਤ ਸਾਰੇ ਲੋਕਾਂ ਦੀ ਹੈ ਤੇ ਆਸ ਵੱਜੀ ਪਈ ਆ। ਹੁਣ ਉਸ ਬਾਬਤ ਇੰਟਰਨੈਸ਼ਨਲ ਫਲਾਈਟਾਂ ਖੁੱਲੀਆਂ, ਇੱਥੇ ਜਿਹੜੇ ਬੱਚਿਆਂ ਦੀਆਂ ਪੀਆਰਾਂ ਆਉਣੀਆਂ ਸੀ ਉਹਨਾਂ ਦੀਆਂ ਪੀਆਰਾਂ ਆ ਰਹੀਆਂ ਨੇ, ਨਵਿਆਂ ਵਾਸਤੇ ਰਸਤੇ ਖੋਲ੍ਹਣੇ। ਸੋ ਆਹ ਸਾਰੇ ਕੁਝ ਬਾਬਤ ਚਰਚਾ ਕਰਨ ਵਾਸਤੇ ਸਾਡੇ ਨਾਲ ਐਕਮੇ ਵੀਜ਼ਾ ਸੋਲਿਊਸ਼ਨਸ ਤੋਂ ਡਾਕਟਰ ਸੰਦੀਪ ਜੈਨ ਨੇ। ਨਿੱਠ ਕੇ ਚਰਚਾ ਕਰਾਂਗੇ ਕਿਹੜੀਆਂ-ਕਿਹੜੀਆਂ ਫੀਲਡਾਂ ਖਾਲੀ ਨੇ, ਤੁਸੀਂ ਸਾਰੇ ਉਸ ਸਾਰੇ ਕੁਝ ਦਾ ਕਿੱਦਾਂ ਲਾਭ ਲੈ ਸਕਦੇ ਹੋ। ਜੈਨ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਹੁਣ ਇੱਕ ਵਾਰ ਇਮੀਗ੍ਰੇਸ਼ਨ ਨੇ ਕਹਿ ਲਈਏ ਵੀ ਆਪਣਾ ਹੁਣ ਫਲਾਈਟ ਫੜੀ ਆ, ਹੁਣ ਐ ਪੀਕ ਤੇ ਜਾਣ ਦੀ ਆਸ ਪੂਰੀ ਆ, ਪਰ ਕਿਹੜੇ ਖਿੱਤੇ 'ਚ ਜਾਊਗੀ, ਕਿਸ ਤਰੀਕੇ ਨਾਲ ਜਾਊਗੀ? ਕਿਉਂਕਿ ਗਵਰਨਮੈਂਟ ਨੇ ਪਿਛਲੇ ਸਮਿਆਂ ਦੇ ਵਿੱਚ ਜਿਨ੍ਹਾਂ ਨੇ ਝਟਕੇ ਦਿੱਤੇ ਨਾ, ਝਟਕੇ ਦੇ ਵੈਸੇ ਪੱਖ ਦੇ ਸੀਗੇ ਲੋਕਾਂ ਦੇ ਵੀ ਇੰਨੇ ਹਜ਼ਾਰ ਪੱਕੇ ਕਰਤੇ, ਇੰਨੇ ਹਜ਼ਾਰ ਐਪਲੀਕੇਸ਼ਨਸ ਖੋਲ੍ਹਤੀਆਂ। ਫਿਊਚਰ ਦੇ ਵਿੱਚ ਵੀ ਆਸ ਵੱਜ ਰਹੀ ਆ ਕਿ ਇਦਾਂ ਦਾ ਕੋਈ ਧਮਾਕਾ ਗਵਰਨਮੈਂਟ ਕਰ ਸਕਦੀ ਹੈ? ਬਿਲਕੁਲ ਯੋਗਰਾਜ ਜੀ, ਇਸ ਤਰ੍ਹਾਂ ਕਿ ਆਪਾਂ ਇਸ ਵੇਲੇ ਕੁਆਟਰ 4 ਦੇ ਵਿੱਚ ਜਾ ਰਹੇ ਹਾਂ ਸਾਲ ਦੇ, ਤੇ ਇਸ ਵੇਲੇ ਜਿਹੜਾ ਆਲਮੋਸਟ ਗਵਰਨਮੈਂਟ ਦਾ ਜਿਹੜਾ ਮਿੱਥਾ ਕੋਟਾ ਸੀ ਕਿ 4 ਲੱਖ ਐਪਲੀਕੇਸ਼ਨਸ ਜਿਹੜੀਆਂ ਨੇ, ਅਸੀਂ 4 ਲੱਖ ਬੰਦਾ ਜਿਹੜਾ ਹੈਗਾ ਪੱਕਾ ਕਰਨਾ। ਗਵਰਨਮੈਂਟ ਇਹਦੇ ਉੱਪਰ ਫਰਮ ਸੀ, ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਇਹ ਸਪੀਚ ਦੇ ਵਿੱਚ ਕਨਫਰਮੇਸ਼ਨ ਸੀ ਮਿਨਿਸਟਰ ਦੀ ਕਿ ਵੀ ਹਾਂਜੀ ਆਪਾਂ ਐਵੇਂ ਕਰਨਾ ਹੈਗਾ ਜੀ। ਗਵਰਨਮੈਂਟ ਨੇ ਸੈਕਿੰਡ ਤੇ ਥਰਡ ਕੁਆਟਰ ਦੇ ਵਿੱਚ, ਸਪੈਸ਼ਲੀ ਥਰਡ ਕੁਆਟਰ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਪੀਆਰ, ਔਰ ਮੈਂ ਤੁਹਾਨੂੰ ਦੱਸਦਾ ਕਿ 15 ਦਿਨਾਂ ਦੇ ਵਿੱਚ ਜਿਹੜੀਆਂ ਅਸੀਂ ਐਪਲੀਕੇਸ਼ਨਸ ਕਈ ਪਾਈਆਂ ਸੀਗੀਆਂ। ਹੁਣੇ ਲੰਘਿਆ ਜਿਹੜਾ ਸਮਾਂ, ਹਾਂਜੀ, ਜਿਹੜਾ ਪਿਛਲਾ ਕੁਆਟਰ ਲੰਘਿਆ ਹੈਗਾ, ਆਪਾਂ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਜਿਹੜਾ ਸੀ, ਜਾਂ ਹੁਣ ਵੀ ਜਿਹੜੀਆਂ 15 ਦਿਨ ਦੇ ਵਿੱਚ ਜਾਂ 1 ਮਹੀਨੇ ਦੇ ਵਿੱਚ ਐਪਲੀਕੇਸ਼ਨਸ ਦੇ ਰਿਜ਼ਲਟ ਆਏ ਨੇ ਫਾਈਲ ਪਾਉਣ ਦੇ ਬਾਅਦ ਐਕਸਪ੍ਰੈਸ ਐਂਟਰੀ ਦੇ ਵਿੱਚ, ਜਾਂ ਜਿਹੜੇ ਟੀਆਰ ਟੂ ਪੀਆਰ ਪਹਿਲਾਂ ਬਹੁਤ ਫਾਸਟ ਸੀ, ਹੁਣ ਬਹੁਤ ਤੇਜ਼ੀ ਦੇ ਨਾਲ ਜਿਹੜੀ ਐਪਲੀਕੇਸ਼ਨ, ਇਹਨਾਂ 90,000 ਐਪਲੀਕੇਸ਼ਨ ਲਿੱਤੀ ਸੀ, ਉਹਦਾ ਰਿਜ਼ਲਟ ਬੜੀ ਤੇਜ਼ੀ ਦੇ ਨਾਲ। ਕੀ ਕਾਰਨ ਤੇਜ਼ੀ ਦਾ ਸਮਝਦੇ ਹੋ? ਉਹਦਾ ਕਾਰਨ ਇਹੀ ਹੈ ਕਿ ਜੀ ਇਹਨਾਂ ਦਾ ਜਿਹੜਾ ਕਮਿਟਮੈਂਟ ਹੈ 4 ਲੱਖ ਐਪਲੀਕੇਸ਼ਨ ਨੂੰ ਪੂਰਾ ਕਰਨਾ, ਉਹਨੂੰ ਪੂਰਾ ਕਰ ਰਹੀ ਹੈ ਗਵਰਨਮੈਂਟ ਤੇਜ਼ੀ ਦੇ ਨਾਲ। ਗਾਂਵ ਵੀ ਇਦਾਂ ਦਾ ਕੋਈ ਪ੍ਰੋਗਰਾਮ ਆ ਸਕਦਾ? ਇਹਦੇ ਉੱਪਰ ਹੀ ਆਪਾਂ ਅੱਜ ਗੱਲ ਕਰਨੀ, ਕਿਉਂਕਿ ਜਦੋਂ ਆਪਾਂ ਸਟੈਟਿਸਟਿਕਸ ਦੇਖਦੇ ਹਾਂ, ਔਰ ਜਿਹੜਾ ਮੇਰਾ ਅੱਜ ਦਾ ਆਪਣਾ ਮੇਨ ਵਿਸ਼ਾ ਹੈ, ਤੁਸੀਂ ਇਸ ਚੀਜ਼ ਨੂੰ ਇਹ ਦੇਖੋ ਕਿ ਲਾਸਟ ਜਿਹੜਾ ਕੁਆਟਰ ਦੇ ਵਿੱਚ ਪਿਛਲੇ ਐਕਸਪ੍ਰੈਸ ਐਂਟਰੀ ਦਾ ਜਿਹੜਾ ਡਰਾਅ ਆਇਆ, ਉਹ ਆਪਣੇ ਕੋਲ 14 ਸਤੰਬਰ ਨੂੰ ਆਪਣਾ ਆਇਆ ਸੀ। ਉਸ ਤੋਂ ਪਹਿਲਾਂ 19 ਅਗਸਤ ਨੂੰ ਐਕਸਪ੍ਰੈਸ ਐਂਟਰੀ ਦਾ ਡਰਾਅ ਆਇਆ ਸੀ। ਮੇਨ ਜਿਹੜਾ ਸਭ ਤੋਂ ਵੱਡਾ ਕੋਟਾ ਜਿਹੜਾ ਇਸ ਸਾਲ ਦੇ ਵਿੱਚ ਭੁਗਤਾਨ ਹੋਇਆ, ਕਿਉਂਕਿ ਬਾਹਰੋਂ ਕੋਈ ਬੰਦਾ ਇਹਨਾਂ ਨੇ ਪੀਆਰ ਕੀਤੀ ਨਹੀਂ, ਜਿਹੜੀ ਕਿ ਕੈਟਾਗਰੀ ਐਕਸਪ੍ਰੈਸ ਐਂਟਰੀ ਦੀ ਫੈਡਰਲ ਸਕਿਲਡ ਵਰਕਰ ਕੈਟਾਗਰੀ ਹੈ। ਸੀਸੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਸਾਰੀਆਂ ਫਾਈਲਾਂ ਇਹਨਾਂ ਨੇ ਚੱਕੀਆਂ ਸੀ। ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਲਾਸਟ ਐਵਰੇਜ 1 ਮਹੀਨੇ ਦੇ ਵਿੱਚ 15 ਦਿਨਾਂ ਬਾਅਦ ਡਰਾਅ ਆਉਂਦਾ, 4 ਤੋਂ 5,000 ਐਪਲੀਕੇਸ਼ਨ ਦਾ ਡਰਾਅ ਆ ਰਿਹਾ ਸੀ, ਸਾਰੇ ਸਾਲ ਲਗਾਤਾਰ ਇਵੇਂ ਚੱਲਦਾ ਰਿਹਾ। ਹੁਣ ਆ ਕੇ 19 ਅਗਸਤ ਤੋਂ ਲੈ ਕੇ ਹੁਣ ਤੱਕ 2 ਡਰਾਅ ਆਏ ਨੇ ਸੀਸੀ ਦੇ, ਸਿਰਫ 5,000 ਐਪਲੀਕੇਸ਼ਨ ਪਿਕ ਹੋਈ ਹੈ, ਸਾਇਲੈਂਟ ਬੈਠੀ ਹੈ। ਲਾਸਟ ਡਰਾਅ ਸਤੰਬਰ 14 ਨੂੰ ਆਇਆ ਸੀ, ਸਿਰਫ 2,000 ਐਪਲੀਕੇਸ਼ਨ ਚੱਕੀ ਸੀ। ਮੈਨੂੰ ਇਹ ਲੱਗਦਾ ਹੈ, ਦੇਖੋ ਮੈਂ ਕੋਈ ਜੋਸ਼ੀ ਨਹੀਂ ਆ, ਮੈਂ ਆਪਣੇ 15 ਸਾਲ ਦੇ ਤਜਰਬੇ ਦੇ ਨਾਲ ਮੈਂ ਇਮੀਗ੍ਰੇਸ਼ਨ ਨੂੰ ਬੜੇ ਕਲੋਜ਼ਲੀ ਮੈਂ ਵਾਚ ਕਰਦਾ, ਇਹਨਾਂ ਦੇ ਸਟੈਪਸ ਨੂੰ ਮੈਂ ਵਾਚ ਕਰਦਾ, ਤੇ ਆਪਣੀਆਂ ਕਈ ਵਾਰੀ ਪ੍ਰੈਡਿਕਸ਼ਨਸ ਕਾਫੀ ਕਲੋਜ਼ ਹੁੰਦੀਆਂ ਨੇ
ਮੈਨੂੰ ਇਹ ਲੱਗਦਾ ਹੈ ਕਿ CEC ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਇੱਕ ਕੋਈ ਵੱਡਾ ਡਰਾਅ ਸਾਲ ਖਤਮ ਹੋਣ ਤੋਂ ਪਹਿਲਾਂ ਇੱਕ ਆ ਸਕਦਾ ਹੈਗਾ ਨਵੰਬਰ ਦੇ ਮਹੀਨੇ ਦੇ ਵਿੱਚ। ਅੱਛਾ, ਅਗਲੇ ਮਹੀਨੇ ਦੇ ਵਿੱਚ, ਕਿਉਂਕਿ ਹਲੇ ਵੀ ਇਹਨਾਂ ਕੋਲ ਕੋਟਾ ਹੈਗਾ। ਗਵਰਨਮੈਂਟ ਚੁੱਪ ਕਰਕੇ ਬੈਠੀ ਹੈ, ਇੱਕਦਮ ਪਹਿਲਾਂ ਇਹਨਾਂ ਨੇ ਪੂਲ ਬਹੁਤ ਵੱਡਾ ਇਹਨਾਂ ਨੇ ਕੱਢਿਆ ਤੇ ਹੁਣ ਚੁੱਪ ਕਰ ਗਏ। ਲਾਸਟ ਤਕਰੀਬਨ 2.5 ਮਹੀਨਿਆਂ ਦੇ ਵਿੱਚ 10 ਤੋਂ 11 ਹਫ਼ਤਿਆਂ ਦੇ ਵਿੱਚ ਸਿਰਫ 5000 ਐਪਲੀਕੇਸ਼ਨ ਪਿਕ ਕੀਤੀ ਹੈ, ਜਿਹੜੀ ਕਿ 15 ਦਿਨਾਂ ਦੇ ਵਿੱਚ ਆ ਜਾਂਦੀ ਹੈ। ਤੁਹਾਡੇ ਹਿਸਾਬ ਨਾਲ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲੇ ਕਲਾਸ ਲਾ ਕੇ ਬੈਠੇ? ਯੈਸ। ਇਹਦੇ ਵਿੱਚ ਕੀ ਹੈ ਕਿ ਜਿਹੜੇ ਬਹੁਤ ਸਾਰੇ ਸਟੂਡੈਂਟ ਰਹਿ ਗਏ ਸੀ, ਮੇਰੀ ਇੱਕ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਬੰਦਿਆਂ ਦੀ ਐਲੀਜੀਬਿਲਟੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਬਣਦੀ ਹੈ, ਉਹ ਆਪਣੇ ਆਇਲਸ ਨੂੰ ਆਪਣੇ ਕੋਲ ਤਿਆਰ ਰੱਖਣ। ਉਹ ਆਪਣਾ ਜਿਹੜਾ ਪ੍ਰੋਗਰਾਮ ਜਿਹੜੇ ਹੈਗੇ ਆ, ਬਾਕੀ ਜਿਹੜੇ ਡਾਕੂਮੈਂਟੇਸ਼ਨ ਵਗੈਰਾ ਹੈਗੀ ਹੈ, ਉਹਨਾਂ ਨੂੰ ਤਿਆਰ ਰੱਖਣ, ਕਿਉਂਕਿ ਕਿਸੇ ਵੇਲੇ ਵੀ ਇਹਦਾ ਕੋਈ ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈ ਕਿ ਗਵਰਨਮੈਂਟ ਕੋਈ ਇੱਕਦਮ, ਜਿਵੇਂ ਫਰਵਰੀ ਦੇ ਵਿੱਚ 19 ਨੂੰ ਇਹਨਾਂ ਨੇ ਡਿਕਲੇਅਰ ਕੀਤੀ ਸੀਗੀ ਕਿ ਇੱਕਦਮ ਕੋਈ ਵੱਡਾ ਡਰਾਅ ਆ ਜਾਵੇ। ਸੋ ਆਪਾਂ ਨੂੰ ਇਸ ਚੀਜ਼ ਦੇ ਲਈ ਜਾਂ ਕੋਈ ਇੱਕ ਇਹੋ ਜਿਹਾ ਕੋਈ ਪਾਇਲਟ ਪ੍ਰੋਗਰਾਮ ਜਿਹੜਾ ਹੈਗਾ ਉਹ ਅਨਾਉਂਸ ਕਰ ਦੇਣ ਜਿਹੜੇ ਕੈਨੇਡਾ ਦੇ ਵਿੱਚ ਬੰਦੇ ਹੈਗੇ ਨੇ। ਸੋ ਲਓ ਜੀ, ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਮਤਲਬ ਕੈਨੇਡਾ ਦੇ ਵਿੱਚ ਨੇ ਤੇ ਆਪਦੀ ਆਇਲਟਸ ਤੇ ਆਪਦੇ ਬਾਕੀ ਫਾਈਲ ਡਾਕੂਮੈਂਟਸ ਰੈਡੀ ਰੱਖਿਓ ਨਵੰਬਰ ਮਹੀਨੇ 'ਚ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਕਿਉਂਕਿ ਉਹ ਫੈਕਟਸ ਇਦਾਂ ਨੇ ਕਿ ਜਿਹੜੇ ਨੰਬਰ, ਜਿੰਨੀ ਗਿਣਤੀ ਗਵਰਨਮੈਂਟ ਨੇ ਕਿਹਾ ਵੀ ਅਸੀਂ ਇੰਨੇ ਲੱਖ ਬੰਦਾ 4 ਲੱਖ ਪੱਕਿਆ ਕਰਨਾ, ਨੰਬਰਸ ਦੇ ਮੁਤਾਬਿਕ ਉਹਨੇ ਬੰਦੇ ਪੱਕੇ ਨਹੀਂ ਹੋਏ, ਉਹਦੇ ਅੱਧ ਤੱਕ ਹੀ ਮਸਾ ਪਹੁੰਚੇ। ਡਾਕਟਰ ਸਾਹਿਬ, ਕਿੰਨੇ ਬੰਦੇ ਹੁਣ ਤੱਕ ਇਸ ਸਾਲ ਦੇ ਵਿੱਚ ਹੋ ਚੁੱਕੇ ਨੇ ਤੇ ਕਿੰਨੇ ਅੱਗੇ ਰਹਿੰਦੇ ਨੇ? ਦੇਖੋ ਜੀ, ਹਲੇ ਐਵਰੇਜ ਜਿਹੜਾ ਹੈਗਾ ਪਿਛਲੇ ਕੁਝ ਮਹੀਨੇ ਤੋਂ ਜਿਹੜੀ ਗਵਰਨਮੈਂਟ ਇਸ਼ੂ ਕਰ ਰਹੀ ਹੈ PR, ਉਹ 30,000 ਤੇ 40,000 PR ਜਿਹੜੀ ਹੈਗੀ ਹੈ ਇੱਕ ਮਹੀਨੇ ਦੇ ਵਿੱਚ ਇਸ਼ੂ ਕਰ ਰਹੀ ਹੈ, ਵਿਚ ਇਜ਼ ਅ ਵੈਰੀ ਰਿਮਾਰਕੇਬਲ, ਵੈਰੀ ਬਿਗ ਨੰਬਰ। ਔਰ ਗਵਰਨਮੈਂਟ ਦਾ ਪੂਰਾ ਜੰਤਰ ਤੰਤਰ ਇਹਦੇ ਮਗਰ ਲੱਗਾ ਹੋਇਆ। ਤੋ ਇਹ ਇਸ ਕਰਕੇ ਮਤਲਬ ਇਹ ਹੈ ਕਿ ਹਲੇ ਵੀ ਜਿਹੜਾ ਐਗਜ਼ੈਕਟ ਫਿਗਰ ਹਲੇ 3rd ਕੁਆਰਟਰ ਦੀਆਂ ਆਈਆਂ ਨਹੀਂ ਹੈਗੀਆਂ ਸਾਡੇ ਕੋਲ, ਤੋ ਤਕਰੀਬਨ 1,80,000 ਐਪਲੀਕੇਸ਼ਨ ਜਿਹੜੀ ਕੰਪਲੀਟ ਹੋਈ ਸੀਗੀ, 1,30,000 ਐਪਲੀਕੇਸ਼ਨ ਕੰਪਲੀਟ ਹੋਈ ਸੀ ਕੁਆਰਟਰ 2 ਤੱਕ। ਉਸ ਤੋਂ ਬਾਅਦ ਤਕਰੀਬਨ ਇਹਨਾਂ ਨੇ ਅਗਲੇ, ਆਪਾਂ ਇਹ ਮੰਨ ਕੇ ਚੱਲੀਏ ਕਿ ਹਲੇ ਵੀ ਅਗਲੇ 3 ਮਹੀਨਿਆਂ ਦੇ ਵਿੱਚ ਮੇਰੇ ਹਿਸਾਬ ਦੇ ਨਾਲ 1.5 ਲੱਖ ਦੇ ਕਰੀਬ ਐਪਲੀਕੇਸ਼ਨ ਜਿਹੜੀ ਹੈਗੀ ਹੈ ਹਲੇ ਰਹਿੰਦੀ ਹੈ ਇਹਨਾਂ ਦੀ। ਵੱਡਾ ਨੰਬਰ ਹੈ। ਹਾਂਜੀ, ਵੱਡਾ ਨੰਬਰ ਹੈ। ਮੇਰੇ ਖਿਆਲ ਹੁਣ ਤੇ ਮਹੀਨੇ ਸਾਰੇ 2.5 ਰਹਿ ਗਏ। ਹਾਂਜੀ, ਹੁਣ ਤੇ ਮਹੀਨੇ ਵੀ 2.5 ਰਹਿ ਗਏ, 2.5 ਤੋਂ ਵੀ ਘੱਟ ਰਹਿ ਗਏ ਆ। ਸੋ ਗਿਣਤੀ ਦੇ ਦਿਨ ਨੇ 50 ਕਦੇ 50 ਦਿਨਾਂ ਦੇ ਵਿੱਚ ਜੇ 1.5 ਲੱਖ ਦੇ ਕਰੀਬ, ਮਤਲਬ ਰੋਜ਼ ਦੀ ਐਵਰੇਜ ਕੀ ਆ, ਹਜ਼ਾਰਾਂ 'ਚ ਨੰਬਰ ਆਉਣੇ ਨੇ ਆਉਣੇ ਦਿਨਾਂ ਦੇ ਵਿੱਚ। ਇਸ ਤੋਂ ਇਲਾਵਾ ਹੋਰ ਕਿੱਦਾਂ ਦੀਆਂ ਤਿਆਰੀਆਂ CEC ਤੋਂ ਇਲਾਵਾ ਹੋਰ ਕਿਸੇ ਕੈਟਾਗਰੀ ਦੇ ਵਿੱਚ ਵੀ ਡਰਾ ਸਕਦੇ? ਦੂਜਾ ਆਪਣਾ ਜਿਹੜੀ ਸਭ ਤੋਂ ਜਿਹੜੀ ਮੇਨ ਕੈਟਾਗਰੀ ਹੈਗੀ ਹੈ, ਫੈਡਰਲ ਸਕਿਲਡ ਵਰਕਰ ਕੈਟਾਗਰੀ ਹੈ, ਜਿਹੜੀ ਕਿ ਇਸ ਵੇਲੇ ਠੱਪ ਪਈ ਹੋਈ ਹੈ। ਅੱਛਾ ਜੀ। ਮੈਂ ਇੱਕ ਚੀਜ਼ ਇਹ ਦੱਸਣਾ ਚਾਹੁੰਦਾ, ਕਿਉਂਕਿ ਅਸੀਂ ਜਿਹੜੇ ਫੈਕਟਸ ਦੇਖਦੇ ਹਾਂ, ਜਿਹੜੀਆਂ ਨੰਬਰ ਆਫ ਫਾਈਲਸ ਜਿਹੜੀਆਂ ਪੂਲ ਦੇ ਵਿੱਚ ਹੁੰਦੀਆਂ ਸੀ, ਜਿਹੜੇ ਪ੍ਰੋਫਾਈਲ ਬਣਾ ਕੇ ਆਪਾਂ ਉਹਦੇ ਵਿੱਚ ਪਾਉਂਦੇ ਆ, ਉਹ ਤਕਰੀਬਨ ਐਵਰੇਜ 1,20,000 ਤੋਂ ਲੈ ਕੇ 1,40,000 ਤੱਕ, 1.5 ਲੱਖ ਤੋਂ ਥੱਲੇ ਸੀਗੇ। ਇਸ ਵੇਲੇ ਆਪਾਂ ਦੇਖੀਏ ਅੱਜ ਦੀ ਡੇਟ ਦੇ ਵਿੱਚ 1,85,000 ਦੇ ਕਰੀਬ ਜਿਹੜੇ ਹੈਗੇ ਆ ਪ੍ਰੋਫਾਈਲ ਬਣੇ ਹੋਏ ਨੇ। ਉਹਦੇ ਵਿੱਚ ਜਿਹੜੀ ਐਪਲੀਕੇਸ਼ਨ ਹੈ ਜਿਨ੍ਹਾਂ ਦੇ 500 ਤੋਂ ਵੱਧ ਨੰਬਰ ਨੇ, 32-3300 ਦੇ ਕਰੀਬ ਉਹ ਐਪਲੀਕੇਸ਼ਨ ਪਈ ਹੋਈ ਹੈ। ਠੀਕ ਹੈ ਜੀ। ਉਸ ਤੋਂ ਇਲਾਵਾ ਜਿਹੜੀ ਚੀਜ਼ ਹੈ ਕਿ ਵੀ ਜਿਹੜੇ ਪੁਆਇੰਟਸ 450 ਤੋਂ ਲੈ ਕੇ 500 ਤੱਕ ਜਿਹੜੇ ਪੁਆਇੰਟ ਨੇ, ਉਹ 41-42,000 ਐਪਲੀਕੇਸ਼ਨ ਪਈ ਹੋਈ ਹੈ। ਤੋ ਇਹ ਤੁਹਾਡੇ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਜਿਹੜੇ ਕਿ ਕੈਨੇਡਾ ਤੋਂ ਬਾਹਰ ਨੇ ਤੇ ਪਿਛਲੇ 1 ਸਾਲ ਤੋਂ ਵੇਟ ਕਰ ਰਹੇ ਨੇ ਫੈਡਰਲ ਸਕਿਲਡ ਵਰਕਰ ਕੈਟਾਗਰੀ ਆਏਗੀ, ਉਹਦਾ ਡਰਾ ਆਏਗਾ, ਉਹ ਇੱਕ ਦਿਮਾਗ ਦੇ ਵਿੱਚ ਇੱਕ ਚੀਜ਼ ਨੂੰ ਬਿਠਾ ਲੈਣ ਕਿ ਉਹਨਾਂ ਦਾ ਜਿਹੜਾ ਡਰਾ ਆ ਉਹ ਕਾਫੀ ਹਾਈ ਜਾਏਗਾ, ਉਹ 480+ ਜਾਣਾ। ਜਦੋਂ ਵੀ ਫੈਡਰਲ ਸਕਿਲਡ ਵਰਕਰ ਜੇ ਇਸ ਸਾਲ ਦੇ ਵਿੱਚ ਇੱਕ ਡਰਾ ਆਉਂਦਾ, ਮੋਸਟ ਲਾਈਕਲੀ ਤਾਂ ਅਗਲੇ ਸਾਲ ਆਏਗਾ, ਜੇ ਇਸ ਸਾਲ ਆਉਂਦਾ ਤਾਂ ਉਹ 480 ਤੋਂ ਪਹਿਲਾਂ ਜਾਣਾ। ਸੋ ਇਹਦੇ ਲਈ ਕੀ ਹੈ ਕਿ ਉਹਨਾਂ ਨੂੰ ਨਾਲ ਜਿਨ੍ਹਾਂ ਦੇ ਸਕੋਰ ਚੰਗੇ ਨੇ, 450+ ਨੇ, ਨਾਲ ਆਪਣੇ ਜਿਹੜੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮਸ ਨੇ, ਉਹਦੇ ਵਿੱਚ ਕਈ ਵਾਰੀ ਉਹਨਾਂ ਦਾ ਆਕੂਪੇਸ਼ਨ ਇਨ ਡਿਮਾਂਡ ਦੇ ਵਿੱਚ ਕਿਤੇ ਕੈਟਾਗਰੀ ਆ ਜਾਂਦੀ ਹੈ, ਉਹਦੇ ਵਿੱਚ ਨਾਲ ਆਪਣੀ ਜਿਹੜੀ ਹੈਗੀ ਹੈ ਕਮਰ ਕੱਸ ਕੇ ਰੱਖਣ, ਉਹਦੇ ਵਿੱਚ ਨਾਲ ਐਪਲੀਕੇਸ਼ਨ ਆਪਣੀਆਂ ਨਾਲ ਲਗਾਉਣ ਦੀ ਕੋਸ਼ਿਸ਼ ਕਰਨ। ਅੱਛਾ, ਇਹ ਤੇ 2 ਕੈਟਾਗਰੀਆਂ ਤੁਸੀਂ ਦੱਸੀਆਂ, ਇੱਕ ਤੇ CEC, ਦੂਸਰੀ ਜਿਹੜੀ ਫੈਡਰਲ ਸਕਿਲਡ। ਜਿੱਦਾਂ ਹੁਣ ਪਿੱਛੇ ਜਿਹੜੇ TR to PR ਪ੍ਰੋਗਰਾਮ ਆਇਆ ਸੀ, ਜਿਹਦੇ ਵਿੱਚ ਨਵੇਂ ਬੱਚਿਆਂ ਨੂੰ, ਨਵੀਂ ਪੜ੍ਹਾਈ ਖਤਮ ਕਰ ਚੁੱਕਿਆਂ ਨੂੰ, ਇੰਟਰਨੈਸ਼ਨਲ ਸਟੂਡੈਂਟਸ ਨੂੰ, ਸਾਰਿਆਂ ਨੂੰ ਉਹਦਾ ਇੱਕ ਡਾਇਰੈਕਟਲੀ ਬੈਨੀਫਿਟ ਪਹੁੰਚਿਆ ਸੀ ਤੇ ਉਹਦੇ ਰਿਜ਼ਲਟ ਸਾਹਮਣੇ ਆ ਰਹੇ ਨੇ। ਉਦਾਂ ਦਾ ਪ੍ਰੋਗਰਾਮ ਵੀ ਕੋਈ ਆ ਸਕਦਾ ਉਹਨਾਂ ਬੱਚਿਆਂ ਲਈ? ਮੈਂ ਤੁਹਾਨੂੰ ਦੱਸਿਆ ਜੀ ਕਿ ਜਦੋਂ ਮੈਂ CEC ਦੇ ਬਾਰੇ ਗੱਲ ਕਰ ਰਿਹਾ, ਨਾਲ ਤਾਂ ਦੱਸਿਆ ਕਿ ਉਸ ਤਰ੍ਹਾਂ ਦਾ ਪਹਿਲੇ ਵਰਗਾ ਕੋਈ ਪਾਇਲਟ ਪ੍ਰੋਗਰਾਮ, ਉਹ TR to PR ਇੱਕਦਮ ਇਹਨਾਂ ਨੇ ਪਾਇਲਟ ਪ੍ਰੋਗਰਾਮ ਕੱਢਿਆ ਸੀ ਲੋੜ ਪੈਣ ਨੂੰ, ਉਸ ਤਰ੍ਹਾਂ ਦੀ ਵੀ ਸੰਭਾਵਨਾ ਜਿਹੜੀ ਹੈਗੀ ਹੈ ਬਣ ਸਕਦੀ ਹੈ। ਇਸੇ ਕਰਕੇ ਆਪਣੀ ਜਿਹੜੀ ਆਇਲਸ ਤੇ ਬਾਕੀ ਡਾਕੂਮੈਂਟੇਸ਼ਨ ਨੂੰ ਇੱਕ ਵਾਰੀ ਆਪਣੇ ਕੋਲ ਤਿਆਰ ਰੱਖਣਾ ਚਾਹੀਦਾ ਹੈਗਾ। ਹੋ ਸਕਦਾ ਕਿ ਆਪਣਾ ਦਾ ਲੱਗ ਜਾਏ। ਅੱਛਾ, ਹੋਰ ਡਾਕਟਰ ਸਾਹਿਬ ਹੁਣ ਇਸ ਵੇਲੇ ਨਵੇਂ ਜਿਹੜੇ ਆ ਰਹੇ ਨੇ, ਇਹ ਤੇ ਚਲੋ ਠੀਕ ਹੈ, ਜਿਹੜੇ ਇਹ ਕੈਨੇਡਾ ਤੋਂ ਬਾਹਰੋਂ ਹੁਣ ਵਿਜ਼ਟਰ ਵੀਜ਼ੇ ਵੀ ਖੁੱਲੇ ਨੇ,
ਵਿਜ਼ਟਰ ਵੀਜ਼ੇ ਕਿੰਨਾਂ ਦੇ ਖੁੱਲੇ ਨੇ ਪਹਿਲਾਂ ਇਹ ਸਪਸ਼ਟ ਕਰ ਦਿਓ। ਕੀ ਸਿਰਫ ਜਿਨ੍ਹਾਂ ਦੇ ਫੈਮਿਲੀ ਮੈਂਬਰਸ ਨੇ, ਕਿਉਂਕਿ ਇਹ ਵੀ ਇੱਕ ਤੌਖਲਾ ਚੱਲਦਾ ਵੀ ਜਿਹਦੇ ਕੋਈ ਡਾਇਰੈਕਟ ਫੈਮਿਲੀ ਮੈਂਬਰਸ ਕੈਨੇਡਾ 'ਚ ਨੇ ਵਿਜ਼ਟਰ ਵੀਜ਼ੇ ਜੀ ਉਹਨਾਂ ਦੇ ਲੱਗਦੇ ਆ। ਦੂਸਰੇ ਬੰਨੇ ਇੱਕ ਪ੍ਰਚਾਰ ਇਹ ਵੀ ਹੋ ਰਿਹਾ ਵੀ ਨਹੀਂ ਹੁਣ ਕੈਨੇਡਾ ਧੜ ਵੀਜ਼ੇ ਲਗਾ ਰਿਹਾ, ਉਹਦੇ ਬਾਬਤ ਕੀ ਅੱਜ ਦੀ ਸਥਿਤੀ ਹੈ ਜੀ ਇਮੀਗ੍ਰੇਸ਼ਨ ਦੀ? ਦੇਖੋ ਇੱਕ ਨਾ ਬਹੁਤ ਦੇਰ ਤੋਂ ਵਿਜ਼ਟਰ ਵੀਜ਼ਾ ਦੀਆਂ ਫਾਈਲਾਂ ਪੈਂਡਿੰਗ ਸੀਗੀਆਂ ਜੀ, ਕਾਫੀ ਦੇਰ ਤੋਂ 8-8 ਮਹੀਨੇ ਦੀਆਂ ਫਾਈਲਾਂ ਪੈਂਡਿੰਗ ਸੀਗੀਆਂ, ਕੋਈ ਉਹਨਾਂ ਤੇ ਕਾਰਵਾਈ ਨਹੀਂ ਸੀ ਹੋ ਰਹੀ। ਗਵਰਨਮੈਂਟ ਨੇ ਕਿ ਡਿਕਲੇਅਰ ਕੀਤਾ ਕਿ 7 ਸਤੰਬਰ ਤੋਂ ਬਾਅਦ ਜਿਨ੍ਹਾਂ ਦੀਆਂ ਪਹਿਲੀਆਂ ਫਾਈਲਾਂ ਪੈਂਡਿੰਗ ਨੇ ਉਹ ਫਾਈਲਾਂ ਆਪਣੀਆਂ ਨੂੰ ਵਿਡਰਾਅ ਕਰ ਲੈਣ ਨੰਬਰ ਨਾਲ ਪਾ ਕੇ। ਉਹਦੇ ਉਹਨਾਂ ਨੇ ਕੁਝ ਕਾਰਨ ਦੱਸੇ ਨੇ ਕਿ ਤੁਹਾਡੀ ਇਮੀਡੀਏਟ ਫੈਮਿਲੀ ਇੱਥੇ ਹੈ, ਤੁਸੀਂ ਆਉਣਾ ਚਾਹੁੰਦੇ ਆ, ਤੁਹਾਡਾ ਕੋਈ ਭਾਈ ਭੈਣ ਇੱਥੇ ਹੈ, ਇਮੀਡੀਏਟ ਫੈਮਿਲੀ 'ਚ ਭਾਈ ਭੈਣ ਹੈਗਾ, ਕੋਈ ਬਿਮਾਰ ਹੈ, ਕੋਈ ਇਹੋ ਜਿਹਾ ਓਕੇਜਨ ਹੈ ਜਿਹੜਾ ਕਿ ਅਨਅਵੋਇਡੇਬਲ ਓਕੇਜਨ ਹੈਗਾ, ਤੁਸੀਂ ਉਹਦੇ ਉੱਪਰ ਉਹਦੇ ਵਿੱਚ ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਇਹਨਾਂ ਨੇ ਬਹੁਤ ਜ਼ਿਆਦਾ ਫਾਸਟ ਕੀਤੀ ਹੈ। ਉਹਦੇ 'ਚ ਅਸੀਂ ਪਿਛਲੀਆਂ ਐਪਲੀਕੇਸ਼ਨਾਂ ਨੂੰ ਕਰਕੇ ਲਾ ਕੇ ਅਸੀਂ ਦੁਬਾਰਾ ਤੋਂ ਉਹਨਾਂ ਦੀਆਂ ਐਪਲੀਕੇਸ਼ਨਸ ਪਾਈਆਂ ਨੇ ਔਰ ਉਹਨਾਂ ਦੇ ਰਿਜ਼ਲਟ ਜਿਹੜੇ ਹੈਗੇ ਆ ਉਹ ਲੈਸ ਦੈਨ 2 ਵੀਕਸ ਦੇ ਵਿੱਚ ਉਹਨਾਂ ਨੇ ਦਿੱਤੇ ਨੇ। ਪਿਛਲੀ ਵਾਲੀਆਂ ਨਾਲੋਂ ਨਵੀਆਂ ਦੀ ਤੇਜ਼ ਆ? ਨਵੀਂ ਦੀਆਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਜੇ ਤੁਹਾਡੇ ਇਹਦੇ ਵਿੱਚ ਇਮੀਡੀਏਟ ਫੈਮਿਲੀ ਮੈਂਬਰ ਕੋਈ ਸਿੱਖ ਹੈ ਬੰਦਾ ਜਾਂ ਕੋਈ ਕਿਸੇ ਕਾਰਨ ਕਰਕੇ ਵਿਸ਼ੇਸ਼ ਕਾਰਨ ਕਰਕੇ ਤੁਸੀਂ ਆਉਣਾ ਚਾਹੁੰਦੇ ਆ, ਉਹ ਐਪਲੀਕੇਸ਼ਨ ਨੂੰ ਜਲਦੀ ਤਰਜੀਹ ਦੇ ਆਧਾਰ ਦੇ ਉੱਪਰ ਪ੍ਰੋਸੈਸ ਕਰਾਂਗੇ ਔਰ ਕੀਤੀਆਂ ਨੇ ਉਹਨਾਂ ਨੇ। ਸੈਕੰਡ ਜਿਹੜੀ ਚੀਜ਼ ਇਹਦੇ ਵਿੱਚ ਹੈਗੀ ਹੈ ਕਿ ਵੀ ਧੜ ਵੀਜ਼ੇ ਲੱਗ ਰਹੇ ਨੇ, ਇਹ ਗੱਲ ਸਹੀ ਨਹੀਂ ਹੈ, ਬਟ ਯੈਸ ਵੀਜ਼ਾਸ ਖੁੱਲੇ ਨੇ। ਐਪਲੀਕੇਸ਼ਨ ਜਿਹੜੀਆਂ ਹੁਣ ਆਪਾਂ ਐਪਲੀਕੇਸ਼ਨ ਪਾ ਸਕਦੇ ਹਾਂ, ਇਹ ਨਹੀਂ ਕਿ ਐਪਲੀਕੇਸ਼ਨ ਪਾ ਨਹੀਂ ਸਕਦੇ, ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਪਾ ਸਕਦੇ ਹਾਂ। ਥਰਡ ਜਿਹੜਾ ਹੈਗਾ ਕਿ ਵਿਜ਼ਟਰ ਪਹਿਲਾਂ ਨਾਲੋਂ ਕਾਫੀ ਜ਼ਿਆਦਾ, ਜਿਵੇਂ ਕਿਉਂਕਿ 2 ਸਾਲਾਂ ਤੋਂ 1.5 ਸਾਲ ਤੋਂ ਆਲਮੋਸਟ ਬੰਦ ਸੀਗਾ, ਹੁਣ ਵਿਜ਼ਟਰ ਆਉਣੇ ਸ਼ੁਰੂ ਹੋ ਗਏ ਨੇ। ਅਸੀਂ ਦੇਖਦੇ ਹਾਂ ਕਿ ਵੀ ਵਿਜ਼ਟਰ ਆਉਣੇ ਸ਼ੁਰੂ ਹੋ ਗਏ ਨੇ। ਇਹਦਾ ਸਭ ਤੋਂ ਜਿਹੜਾ ਵੱਡਾ ਐਡਵਾਂਟੇਜ ਇਹ ਹੈਗਾ ਕਿ ਇਸ ਵੇਲੇ ਕੈਨੇਡਾ ਦੀ ਜਿਹੜੀ ਜੋਬ ਵੈਕੈਂਸੀ ਜਿਹੜਾ ਰੇਟ ਹੈ ਉਹ ਬਹੁਤ ਜ਼ਿਆਦਾ ਹਾਈ ਹੈ। ਇੱਥੇ ਬੰਦੇ ਕੰਮ ਕਰਨ ਲਈ ਲੱਭ ਨਹੀਂ ਰਹੇ ਹੈਗੇ, ਇਹ ਗੱਲ ਬਿਲਕੁਲ ਠੀਕ ਹੈ, ਕਲੀਅਰ ਹੈ। ਦੇਖੋ ਔਰ ਜੇ ਕੋਈ ਵਿਜ਼ਿਟਰ ਇੱਥੇ ਹੈਗਾ, ਇਸ ਚੀਜ਼ ਨੂੰ ਮੈਂ ਪ੍ਰਮੋਟ ਨਹੀਂ ਕਰ ਸਕਦਾ, ਨਾ ਹੀ ਮੈਂ ਪ੍ਰਮੋਟ ਕਰ ਰਿਹਾ ਕਿ ਜੇ ਤੁਹਾਡੀ ਇੰਟੈਂਟ, ਜੇ ਤੁਸੀਂ ਉੱਥੋਂ ਬਾਹਰੋਂ ਆਪਣੇ ਆਉਂਦੇ ਆ, ਤੁਹਾਡੀ ਜਿਹੜੀ ਇੰਟੈਂਟ ਆ ਉਹ ਬਿਲਕੁਲ ਇੱਥੇ ਆਉਣ ਤੱਕ ਤੁਹਾਡੀ ਕਲੀਅਰ ਹੋਣੀ ਚਾਹੀਦੀ ਹੈ ਕਿ ਵੀ ਤੁਸੀਂ ਇੱਥੇ ਕੰਮ ਕਰਨ ਨਹੀਂ ਆ ਰਹੇ। ਪਰ ਆਈ ਥਿੰਕ ਕਿ ਵੀ ਜਿਹੜੇ ਵਿਜ਼ਿਟਰਸ ਨੇ ਉਹਨਾਂ ਨੂੰ ਕੰਮ ਕਰਨ ਦੀਆਂ ਅਪਰਚੁਨਿਟੀਜ਼ ਇੱਥੇ ਜਿਹੜੀਆਂ ਹੈਗੀਆਂ ਆ ਕੇ ਇੱਥੇ ਮਿਲ ਸਕਦੀਆਂ। ਕਾਰਨ ਉਹਨਾਂ ਦਾ ਇਹ ਨਹੀਂ ਹੋਣਾ ਚਾਹੀਦਾ, ਦੇ ਹੈਵ ਟੂ ਬੀ ਟਰੂਥਫੁਲ। ਜਦੋਂ ਆਪਾਂ ਆਉਂਦੇ ਆ, ਜਦੋਂ ਆਉਣ ਦਾ ਕਾਰਨ ਆਪਾਂ ਨੂੰ ਬੋਰਡ ਆਫ ਐਂਟਰੀ ਤੇ ਉੱਪਰ CBSA ਆਫੀਸਰ ਪੁੱਛਦਾ, ਠੀਕ ਹੈ ਜੀ, ਉਦੋਂ ਆਪਾਂ ਨੂੰ ਉਹਨੂੰ ਸਹੀ ਕਾਰਨ ਆਪਣਾ ਕਿ ਵੀ ਆਪਾਂ ਫਲਾਣੇ ਕਾਰਨ ਲਈ ਆਪਾਂ ਆਏ ਹੋਏ ਹੈਗੇ। ਪਰ ਆਪਾਂ ਦੇਖਿਆ, ਮੈਂ ਆਪਣੀ ਪ੍ਰੈਕਟਿਸ ਦੇਖਿਆ ਕਿ ਇੱਥੇ ਜਦੋਂ ਕੋਈ ਵਿਜ਼ਿਟਰ ਆਉਂਦਾ ਹੈਗਾ ਉਹਨਾਂ ਨੂੰ ਅਪਰਚੁਨਿਟੀਜ਼ ਮਿਲ ਜਾਂਦੀਆਂ ਨੇ ਕੰਮ ਕਰਨ ਦੀਆਂ। ਜੇ ਉਹਨਾਂ ਨੂੰ ਕੋਈ ਜੌਬ ਵਗੈਰਾ ਉਹਨਾਂ ਕੋਲ ਮਿਲਦੀ ਹੈ ਉਹ ਅਪਲਾਈ ਕਰ ਸਕਦੇ ਨੇ। ਕਿਉਂਕਿ ਵਰਕਰਸ ਦੀ ਡਿਮਾਂਡ ਵੀ ਬਹੁਤ ਹੈ ਡਾਕਟਰ ਸਾਹਿਬ, ਮਤਲਬ ਹਰ ਇੱਕ ਫੀਲਡ ਦੇ ਵਿੱਚ। ਅੱਜ ਹਸਪੀਟੈਲਿਟੀ ਇੰਡਸਟਰੀ, ਅੱਜ ਅਸੀਂ ਗੱਲ ਕਰ ਲਈਏ ਕੋਈ ਵੀ ਫੈਕਟਰੀ ਵਰਕ ਆ, ਅੱਜ ਜੇ ਫਾਰਮਿੰਗ ਦੇ ਵਿੱਚ ਆ, ਟਰੱਕਿੰਗ ਦੇ ਵਿੱਚ ਆ, ਕਿਸੇ ਵੀ ਇੰਡਸਟਰੀ ਕਿਤੇ ਵੀ ਪਾਸੇ ਚੱਲ ਜਾਈਏ, ਵਰਕਰਸ ਦੀ ਤੇ ਸ਼ਾਰਟੇਜ ਹੀ ਹਰ ਥਾਂ ਦੇ ਉੱਤੇ ਜੀ। ਵਰਕਰਸ ਦੀ ਬੇਸਿਕ ਜਿਹੜੀਆਂ ਛੋਟੀਆਂ ਜਿਹੜੀਆਂ ਜੌਬਸ ਨੇ ਉਹਦੇ ਵਿੱਚ ਵਰਕਰ ਇਸ ਵੇਲੇ ਮਿਲ ਨਹੀਂ ਰਿਹਾ ਹੈਗਾ। ਔਰ ਇੱਥੇ ਇਹ ਤੁਹਾਡੀ ਬਿਲਕੁਲ ਗੱਲ ਵਾਜਬ ਹੈ ਕਿ ਇਸ ਵੇਲੇ ਬਹੁਤ ਵੱਡੀ ਸੈਟਬੈਕ ਹੈ। ਸੈਕੰਡਲੀ ਜਿਹੜੀਆਂ ਕੈਨੇਡਾ ਦੇ ਵਿੱਚ ਜਿਹੜੀਆਂ ਜੌਬ ਅਪਰਚੁਨਿਟੀਜ਼ ਨੇ ਉਹ ਬਿਹਤਰ ਹੋਈਆਂ ਨੇ। ਜਿਵੇਂ ਕਿ ਵੱਡੇ ਜਿਹੜੇ ਵਰਲਡ ਲੈਵਲ ਦੇ ਜਿਹੜੇ ਜਾਇੰਟਸ ਨੇ, ਜਿਵੇਂ ਐਮਾਜ਼ੋਨ ਆਇਆ, 16,000 ਜੌਬ ਉਹਨਾਂ ਨੇ ਬੜੇ ਇੱਕ ਚੰਗੇ ਵੇਜ ਰੇਟ ਦੇ ਉੱਪਰ ਉਹਨਾਂ ਨੇ ਡਿਕਲੇਅਰ ਕੀਤੀ। ਸੋ ਇੱਥੇ ਜੌਬ ਅਪਰਚੁਨਿਟੀਜ਼ ਇਸ ਵੇਲੇ ਥੋੜ੍ਹੀਆਂ ਇੰਪਰੂਵ ਹੋਈਆਂ ਨੇ ਡੈਫੀਨੇਟਲੀ। ਬਿਲਕੁਲ ਠੀਕ। ਡਾਕਟਰ ਸਾਹਿਬ ਹੋਰ ਕੁਝ ਅਖੀਰ 'ਚ ਜਾਂਦਾ ਕਹਿਣਾ ਚਾਹੋ ਵੀ ਕੋਈ ਹੋਰ ਸੁਨੇਹਾ ਜਾਂ ਕੋਈ ਤਿਆਰੀ ਜਾਂ ਕੋਈ ਹੋਰ ਗੱਲਬਾਤ? ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਹੈਗਾ ਕਿ ਆਪਣੇ ਜਿਹੜੀਆਂ ਹੁਣ ਸਭ ਤੋਂ ਪਹਿਲਾਂ ਕੀ ਹੈ ਕਿ ਜਿਹੜੇ ਕੈਨੇਡਾ ਦੇ ਵਿੱਚ ਨੇ ਬੰਦੇ, ਉਹ ਜੇ ਉਹ ਆਪਣਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਾਂ ਆਪਣੀ ਜਿਹੜੀ ਕੋਈ ਵੀ ਜਿਵੇਂ ਇੰਟਰਨੈਸ਼ਨਲ ਸਟੂਡੈਂਟ ਨੇ, ਉਹ ਆਪਣੇ ਜਿਹੜੇ ਆਇਲਸ ਦੇ ਪੇਪਰ ਤੇ ਬਾਕੀ ਜਿਹੜੀਆਂ ਹੋਰ ਲੋੜੀਂਦੀਆਂ ਚੀਜ਼ਾਂ ਨੇ ਉਹਨਾਂ ਨੂੰ ਪੂਰਾ ਕਰਕੇ ਰੱਖਣ। ਕਿਸੇ ਵੇਲੇ ਵੀ ਇਸ ਚੀਜ਼ ਦੀ ਆਪਾਂ ਨੂੰ ਕੋਈ ਪ੍ਰੋਗਰਾਮ ਆ ਸਕਦਾ ਹੈ, ਪੱਕੇ ਤੌਰ ਤੇ ਨਹੀਂ ਮੈਂ ਕਹਿ ਰਿਹਾ, ਪਰ ਉਮੀਦ ਦੇ ਹਿਸਾਬ ਨਾਲ ਉਮੀਦ ਪੂਰੀ ਹੈ ਕਿ ਇਹੋ ਜਿਹਾ ਪ੍ਰੋਗਰਾਮ ਆ ਸਕਦਾ। ਆਪਣੀ ਤਿਆਰੀ ਕਰਕੇ ਰੱਖਣ ਤਾਂ ਕਿ ਉਹਨਾਂ ਨੂੰ ਉਸ ਚੀਜ਼ ਦਾ ਲਾਹਾ ਲੈ ਸਕਣ। 100 ਚੋਂ 99% ਤੇ ਉਮੀਦ ਹੈ ਘੱਟੋ ਘੱਟ। ਮੈਂ ਪਰਸੈਂਟੇਜ ਨਹੀਂ ਮੈਂ ਦੱਸ ਸਕਦਾ ਯੋਗਰਾਜ ਜੀ, ਪਰ ਮਤਲਬ ਇਹ ਹੈ ਕਿ ਵੀ ਲੱਗਦਾ ਹੈ ਕਿ ਇਹੋ ਜਿਹਾ ਕੁਝ ਚਾਂਸ ਹੋਏਗਾ ਜੀ। ਵੇਖੋ ਜੀ, ਇਹਦੇ ਵਿੱਚ ਬਿਹਤਰੀ ਆ, ਜਿਹੜੇ ਇੰਨੇ ਸਾਲਾਂ ਤੋਂ ਮਿਹਨਤ ਕਰਦੇ ਪਏ ਨੇ, ਜੇ ਉਹਨਾਂ ਦਾ ਭਲਾ ਹੋ ਜਾਏ ਤੇ ਹੋਰ ਕੀ ਚਾਹੀਦਾ। ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਅੱਜ ਵਾਸਤੇ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਐਕਮੇ ਵੀਜ਼ਾ ਸੋਲਿਊਸ਼ਨ ਤੋਂ ਡਾਕਟਰ ਸੰਦੀਪ ਜੈਨ। ਸੋ ਭਾਈ ਤਿਆਰੀਆਂ ਖਿੱਚ ਕੇ ਰੱਖਿਓ, ਕਿਉਂਕਿ ਪਹਿਲਾਂ ਜਿਹੜੀਆਂ ਕਮੀਆਂ ਪੇਸ਼ੀਆਂ ਆਈਆਂ ਇੱਕਦਮ ਗਵਰਨਮੈਂਟ ਦੀ ਅਨਾਉਂਸਮੈਂਟ ਤੋਂ ਬਾਅਦ, ਕਹਿਣ ਦਾ ਭਾਵ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਵੰਬਰ ਦਸੰਬਰ 'ਚ ਪੂਰੀ ਆਸ ਉਮੀਦ ਹੈ ਕਿ ਗਵਰਨਮੈਂਟ ਇਦਾਂ ਦੀ ਅਨਾਉਂਸਮੈਂਟ ਕਰੇ। ਸੋ ਇਸ ਬਾਬਤ ਪੇਪਰ ਵਰਕ ਤੇ ਨਾਲ ਆਇਲਸ ਡਾਕੂਮੈਂਟਸ ਖਾਸ ਤੌਰ ਦੇ ਉੱਤੇ, ਕਿਉਂਕਿ ਉਹਨੂੰ ਟੈਸਟ ਫਾਈਲ ਕਰਦੇ ਆ, ਫਿਰ ਟੈਸਟ ਦਿੰਦੇ ਆ, ਐਕਸਪਲੋਇਟੇਸ਼ਨ ਵੀ ਹੁੰਦੀਆਂ, ਮਹਿੰਗੇ ਟੈਸਟ ਵੀ ਦੇਣੇ, ਫਿਰ ਰਿਜ਼ਲਟ ਆਉਂਦਿਆਂ ਟਾਈਮ ਲੱਗਣਾ, ਉਹਨੇ 'ਚ ਉਹਨੂੰ ਸ਼ਾਇਦ ਜਿਹੜਾ ਗਵਰਨਮੈਂਟ ਦਾ ਸਮਾਂ ਉਹ ਖੰਜਰੇ
ਪ੍ਰੀ ਪਲਾਨ ਹੋ ਕੇ ਚੱਲਣਾ ਬਹੁਤ ਜ਼ਰੂਰੀ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।